तो आप तो बड़े सियाणे आ, आप गुरु साहब को तंग नहीं करते, आप सारे काम अपने आप अपने हिसाब नाल करते। तो जिहड़ा अपने हिसाब नाल करदा अपना भाणा जो चलै भाई, विछड़ झोटा खाए। वाहिगुरु वाहिगुरु धन गुरु नानक देव साहिब जी, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, धन गुरु नानक देव साहिब जी, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, धन गुरु नानक देव साहिब जी, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, धन गुरु नानक देव साहिब जी, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, धन गुरु नानक देव साहिब जी। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। बाबा बोलिए पत होए, बाबा ਬੋਲੀਐ ਪਤ ਹੋਏ। देखो ਹੁਣ ਅਸੀਂ ਇਸ ਉਮਰ ਵਿੱਚ ਅਜੇ ਬੋਲਣਾ ਸਿੱਖਣਾ। ਅਸੀਂ ਗੁਰੂ ਸਾਹਿਬ ਕੋਲ ਆਏ ਹਾਂ, ਅਸੀਂ ਹੁਣ ਗਾਲਾ ਸਾਡਾ ਚਿੱਟਾ ਹੋ ਗਿਆ, ਅਸੀਂ ਹੁਣ ਬੋਲਣਾ ਸਿੱਖਣਾ ਅਜੇ। ਇਸ ਰਸਤੇ ਤੇ ਅਜੇ ਅਸੀਂ ਬੋਲਣਾ ਸਿੱਖਣਾ, ਪਹਿਲੇ ਸਿੱਖਣਾ ਤੇ ਫਿਰ ਬੋਲਣਾ। ਲੇਕਿਨ ਇੱਕ ਦਿੱਕਤ ਹੋ ਰਹੀ, ਜੋ ਸਿੱਖਿਆ ਅਸੀਂ, ਇਹ ਬੜੀ ਵੱਡੀ ਦਿੱਕਤ ਹੈ ਕਿ ਅਸੀਂ ਸਿੱਖੇ ਹੋਏ ਹਾਂ ਬੋਲਣਾ। ਇੱਕ ਛੋਟੇ ਬੱਚੇ ਨੂੰ, ਜਿਹੜਾ ਬੱਚਾ ਜੇ ਬਿਲਕੁਲ ਅਜੇ ਪੜ੍ਹਿਆ ਨਹੀਂ, ਕੁਝ ਵੀ ਪੜ੍ਹਾਈ ਨਹੀਂ ਕੀਤੀ ਉਹਨੇ, ਉਹਨੂੰ ਸਿਖਾਉਣਾ ਬੜਾ ਆਸਾਨ ਜੇ, ਪਰ ਇੱਕ ਜਿਹੜਾ ਪੜ੍ਹਿਆ ਹੋਇਆ ਉਹਨੂੰ ਦੁਬਾਰਾ ਪੜ੍ਹਾਉਣਾ ਬੜਾ ਔਖਾ ਜੇ। ਉਹਦੇ ਕੋਲ ਸਿਆਣਪ ਬੜੀ ਹੋਏਗੀ, ਕਿਉਂਕਿ ਉਹ ਪੜ੍ਹਿਆ ਪਹਿਲੇ ਤੋਂ। ਉਹ ਹਰ ਗੱਲ ਤੇ ਕਿੰਤੂ ਕਰੇਗਾ ਵੀ ਇਹ ਕਿਉਂ, ਇਹ ਇਸ ਤਰ੍ਹਾਂ ਨਹੀਂ ਆ, ਇਹ ਇਸ ਤਰ੍ਹਾਂ, ਇਹ ਇਸ ਤਰ੍ਹਾਂ, ਇਸ ਤਰ੍ਹਾਂ। ਲੇਕਿਨ ਤੁਸੀਂ ਛੋਟੇ ਬੱਚੇ ਨੂੰ ਦੇਖੋ, ਉਹਨੂੰ ਕਹੋਗੇ ਵੀ ਇਸ ਤਰ੍ਹਾਂ ਕਰ, ਉਹ ਇਸ ਤਰ੍ਹਾਂ ਕਰ ਲੇਗਾ। ਸਾਡੇ ਨਾਲ ਬੜੀ ਵੱਡੀ ਦਿੱਕਤ ਹੈ ਵੀ ਅਸੀਂ ਪੜ੍ਹੇ ਲਿਖੇ ਹਾਂ ਸਾਰੇ। ਤੇ ਹੁਣ ਕੀ ਕਰਨਾ? ਹੁਣ ਸਲੇਟ ਤੇ ਜੋ ਲਿਖਿਆ ਹੋਇਆ, ਕਾਪੀ ਤੇ ਜੋ ਲਿਖਿਆ, ਉਹਨੂੰ ਸਾਫ਼ ਕਰਨਾ ਪਹਿਲੇ ਉਹਨੂੰ ਸਾਫ਼ ਕਰਨਾ, ਤੇ ਫਿਰ ਹੁਣ ਨਵਾਂ ਲਿਖਣਾ। ਇਹ ਬਾਣੀ ਸਾਨੂੰ ਦੱਸੇਗੀ ਕੀ ਲਿਖਣਾ। ਇੱਕ ਇੱਕ ਗੱਲ ਨੂੰ, ਇੱਕ ਇੱਕ ਬਚਨ ਨੂੰ ਗੁਰੂ ਸਾਹਿਬ ਖੋਲ ਕੇ ਦੱਸਣ। ਕੋਈ ਐਸਾ ਸਵਾਲ ਨਹੀਂ ਜੋ ਕਿਸੇ ਦੇ ਮਨ ਵਿੱਚ ਪੈਦਾ ਹੋਇਆ ਉਹਦਾ ਜਵਾਬ ਬਾਣੀ ਵਿੱਚ ਨਹੀਂ ਹੈ। ਜਿਹੜੇ ਸਵਾਲ ਅਜੇ ਬਣੇ ਹੀ ਨਹੀਂ ਹੈ, ਉਹਨਾਂ ਦੇ ਜਵਾਬ ਵੀ ਹੈਗੇ ਬਾਣੀ ਵਿੱਚ। ਜਿਹੜੇ ਸਵਾਲ ਅਜੇ ਕਿਸੇ ਦੇ ਦਿਮਾਗ ਵਿੱਚ ਬਣੇ ਹੀ ਨਹੀਂ ਹੈ, ਉਹਨਾਂ ਦੇ ਜਵਾਬ ਵੀ ਹੈਗੇ ਆ। ਬਾਬਾ ਬੋਲੀਏ ਪਤ ਹੋਏ, ਬਾਬਾ ਬੋਲੀਐ ਪਤ ਹੋਏ। ਊਤਮ ਸੇ ਦਰ ਊਤਮ ਕਹੀਐ, ਊਤਮ ਸੇ ਊਤਮ ਸੇ ਦਰ ਊਤਮ ਕਹੀਐ, ਊਤਮ ਸੇ ਦਰ ਊਤਮ ਕਹੀਐ। ਨੀਚ ਕਰਮ ਬਹਿਰੋਏ, श्री राग महला पहला। लब कुत्ता कूड़ चूहड़ा, ठग खादा मुरदार, पर निंदा पर मल मुख सुधी, अगन क्रोध चंडाल, रस कस आप सलाहना, एक कर्म मेरे करता। गल रब नूं कर रहे हैं, एक कर्म मेरे
ਕਰਤਾਰ, ਕਰਤਾਰ ਮਤਲਬ ਰੱਬ। ਗੁਰੂ ਸਾਹਿਬ ਸਾਨੂੰ ਬੋਲਣਾ ਸਿਖਾ ਰਹੇ, ਕਹਿੰਦੇ ਮੰਨੋ ਆਪਣੀ ਗਲਤੀ, ਆਪਣੇ ਅੰਦਰ ਦੇਖੋ, ਤੇ ਜੇ ਇਹਨਾਂ ਵਿੱਚੋਂ ਕੁਝ ਲੱਭਦਾ ਲੱਭੋ, ਮਿਲ ਜਾਣਗੇ, ਇਹ ਮਿਲ ਜਾਣਗੇ ਅੰਦਰ, ਇਹ ਚੀਜ਼ਾਂ ਮਿਲ ਜਾਣਗੀਆਂ। ਤੇ ਮਿਲ ਜਾਣਗੀਆਂ ਤੇ ਹੱਥ ਜੋੜ ਕੇ ਕਰਤਾਰ ਦੇ ਸਾਹਮਣੇ, ਰੱਬ ਦੇ ਸਾਹਮਣੇ ਖੜੇ ਹੋ ਕੇ ਬੋਲੋ ਵੀ ਇਹ ਕਰਮ ਨੇ ਮੇਰੇ, ਇਹ ਕਰਮ ਮੇਰੇ ਕਰਤਾ। ਬਾਬਾ ਬੋਲੀਐ ਪਤ ਹੋਏ, ਊਤਮ ਸੇ ਦਰ ਊਤਮ ਕਹੀਐ, ਨੀਚ ਕਰਮ ਬਹਿ ਰੋਏ। ਦੂਜਾ ਬੰਦ ਜਿਹੜਾ ਇਹ ਵੀ ਆਪਾਂ ਵਿਚਾਰ ਲਿਆ, ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਆਪਾਂ ਕਹਿੰਦੇ ਮਨ ਟਿਕਦਾ ਨਹੀਂ, ਮਨ ਟਿਕਦਾ ਜੇ ਇੱਥੇ ਟਿਕਿਆ, ਇਹਨਾਂ ਵਿੱਚ ਟਿਕਿਆ, ਟਿਕਦਾ ਮਨ। ਮਨ ਨੂੰ ਤੇ ਚਾਹੀਦਾ ਕੁਛ ਨਾ ਕੁਛ ਟਿਕਣ ਵਾਸਤੇ। ਕਿੱਥੇ ਟਿਕਦਾ? ਇੱਥੇ ਟਿਕਦਾ। ਰਸ ਸੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ। ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਤੇ ਰਸ ਸਰੀਰ ਕੇ। ਇਹ ਸਾਰੇ ਦੇ ਸਾਰੇ ਰਸ ਜਿਹੜੇ ਗੁਰੂ ਸਾਹਿਬ ਕਹਿੰਦੇ ਸਰੀਰ ਨਾਲ ਸੰਬੰਧਿਤ ਨੇ। ਭਾਵੇਂ ਸੋਨਾ ਇਹ ਵੀ ਸਰੀਰ ਨਾਲ ਸੰਬੰਧਿਤ ਹੈ, ਚਾਂਦੀ ਸਰੀਰ ਨਾਲ ਸੰਬੰਧਿਤ ਹੈ, ਇਸਤਰੀ ਸਰੀਰ ਨਾਲ ਸੰਬੰਧਿਤ ਹੈ, ਸੁਗੰਧੀਆਂ ਸਰੀਰ ਦੇ ਉੱਪਰ ਲੱਗਦੀਆਂ ਹੈ ਨੀ, ਆਤਮਾ ਦੇ ਉੱਪਰ ਤਾਂ ਨਹੀਂ ਲੱਗਦੀ ਸੁਗੰਧੀ। ਕੋਈ ਹੈ ਕਹਿੰਦਾ ਵੀ ਇਹ ਆਤਮਾ ਵਾਸਤੇ ਹੈਗਾ ਇਹ ਚੀਜ਼, ਜਾਂ ਇਹ ਕਹਿਣਾ ਤੁਸੀਂ ਆਤਮਾ ਤੇ ਪਾਣਾ। ਇਹ ਗੁਰੂ ਸਾਹਿਬ ਦੱਸਦੇ, ਗੁਰੂ ਸਾਹਿਬ ਇਹ ਵੀ ਦੱਸਦੇ ਵੀ ਆਤਮਾ ਵਾਸਤੇ ਸਾਡੇ ਕੋਲ ਕੀ ਹੈ, ਇਹ ਸ਼ਿੰਗਾਰ ਅਸੀਂ ਕੀ ਕਰਨਾ, ਇਹ ਵੀ ਦੱਸਣਗੇ। ਰਸ ਘੋੜੇ ਇਹ ਵੀ ਸਰੀਰ ਨਾਲ ਸੰਬੰਧਿਤ ਹੈ ਸਾਡਾ, ਗੱਡੀਆਂ ਜਿਹੜੀਆਂ ਹੈਗੀਆਂ। ਰਸ ਸੇਜਾ ਮੰਦਰ ਇਹ ਵੀ ਸਰੀਰ ਨਾਲ ਸੰਬੰਧਿਤ ਹੈ। ਅਸੀਂ ਪੂਰਨ ਤੌਰ ਤੇ ਸਰੀਰ ਕਰਕੇ ਜੁੜੇ, ਸਰੀਰ ਨਾਲ ਹੀ ਜੁੜੇ ਹਾਂ, ਸਰੀਰ ਕਰਕੇ ਹੀ ਸਾਰੇ ਦੂਜਿਆਂ ਨਾਲ ਵੀ ਜੁੜੇ ਆ। ਇਤੇ ਰਸ ਸਰੀਰ ਕੇ। ਸਰੀਰ ਸਾਨੂੰ ਇਸ ਕਰਕੇ ਮਿਲਿਆ ਕਿਉਂਕਿ ਇਹਦੀ ਸਹਾਇਤਾ ਨਾਲ ਅਸੀਂ ਅੱਗੇ ਜਾਣਾ ਰੱਬ ਤੱਕ। ਆਪਾਂ ਇੱਥੇ ਹੀ ਫਸ ਗਏ, ਅੱਗੇ ਤੇ ਬੜੀ ਦੂਰ ਦੀ ਗੱਲ ਆ। ਸਾਨੂੰ ਇਹ ਨਹੀਂ ਸਮਝ ਨਹੀਂ ਆ ਰਿਹਾ ਵੀ ਇਹਦੇ ਨਾਲ ਇਹ ਕੀ ਕਰਨਾ, ਇਹ ਕਿਉਂ ਮਿਲਿਆ ਸਾਨੂੰ। ਇਹ शरीरा मेरिया इस जग में आए के क्या तुद कर्म कमाया, के कर्म कमाया तुद शरीरा जो तू जग में आया। जिन हर तेरा रचन रचिया सो हर मन ना वसाया। शरीर की सहायता नाल मन का हिसाब किताब ठीक करना सी। गुर प्रसादी हर मन वसिया, गुरु नूं विच लैके आना सी। ते आपां ते बड़े सियाणे आ, ਆਪਾਂ ਗੁਰੂ ਸਾਹਿਬ ਨੂੰ ਤੰਗ ਨਹੀਂ ਕਰਦੇ, ਆਪਾਂ ਸਾਰੇ ਕੰਮ ਆਪਣੇ ਆਪ ਆਪਣੇ ਹਿਸਾਬ ਨਾਲ ਕਰਦੇ। ਤੇ ਜਿਹੜਾ ਆਪਣੇ ਹਿਸਾਬ ਨਾਲ ਕਰਦਾ ਆਪਣਾ ਭਾਣਾ ਜੋ ਚੱਲੇ ਭਾਈ, ਵਿਛੜ ਚੋਟਾਂ ਖਾਏ। ਫਿਰ ਚੋਟਾਂ ਵੀ ਲੱਗੀਆਂ ਹੋਈਆਂ ਸਾਨੂੰ ਚੋਟਾਂ। ਇਹ ਚੋਟਾਂ ਨਿਸ਼ਾਨੀ ਹੈ, ਸਾਡੇ ਦੁੱਖ ਜਿਹੜੇ ਸਾਡੇ ਸਾਹਮਣੇ ਨੇ ਸਾਡੀ ਨਿਸ਼ਾਨੀ ਹੈ ਵੀ ਅਸੀਂ ਆਪਣੇ ਭਾਣੇ ਵਿੱਚ ਚੱਲ ਰਹੇ। सो सिख सखा बंदप है भाई, जे गुर के भाणे विच आवे। गुरु के भाणे विच ते सुखे सुखे दुख है ही नहीं है, दुख अपने भाणे विच है। ते जे मेरे को दुख है तो मैनूं मनना पेगा, कबूल करना पेगा भी ये मैं अपने भाणे विच चल रहा। ते जेड़ा अपने भाणे विच इस तरह चलदा, अपने मन दीयां मर्जियां करदा, वो मनमुख है, भावें उहदा पहरावा गुरसिखां वाला है। ਜਿਹੜਾ ਆਪਣੇ ਮਨ ਦੇ ਮਗਰ ਲੱਗਿਆ ਉਹ ਮਨਮੁਖ ਹੈ। ਬਾਹਰੋਂ ਪਹਿਰਾਵਾ ਗੁਰੂ ਸਾਹਿਬ ਸਭ ਕੁਝ ਖੋਲ ਕੇ ਦੱਸਣਗੇ ਵੀ ਕੀ ਕਰਨਾ ਕੀ ਨਹੀਂ ਕਰਨਾ, ਕੀ ਦੇਖਣਾ ਕੀ ਨਹੀਂ ਦੇਖਣਾ। ਇਹ ਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਅੱਗੇ ਕਹਿੰਦੇ ਜਿਤ ਬੋਲੀਐ
ਪਤ ਪਾਈਐ ਜਿਤ ਬੋਲੀਐ ਪਤ ਪਾਈਐ। ਬਾਬਾ ਬੋਲੀਐ ਪਤ ਹੋਏ, ਇਹ ਰਹਾਉ ਦੀ ਪੰਕਤੀ ਸੀ। ਇਸ ਨੂੰ ਹੋਰ ਖੋਲ ਰਹੇ ਗੁਰੂ ਸਾਹਿਬ। ਜਿਤ ਬੋਲੀਐ ਪਤ ਪਾਈਐ ਜਿਤ ਬੋਲੀਐ ਪਤ ਪਾਈਐ। ਸੋ ਬੋਲਿਆ ਪਰਵਾਣ, ਸੋ ਬੋਲਿਆ ਪਰਵਾਣ। ਸੋ ਬੋਲਿਆ ਪਰਵਾਣ, ਸੋ ਸੱਚੇ ਦੇ ਘਰ ਦੀ ਗੱਲ ਦੱਸਦੇ ਆ ਵੀ ਉਹਦੇ ਘਰ ਵਿੱਚ ਜੋ ਬੋਲ ਕੇ ਉਹਦੇ ਘਰ ਵਿੱਚ ਇੱਜ਼ਤ ਮਿਲਦੀ ਹੈ ਨਾ, ਉਹ ਬੋਲਿਆ ਪ੍ਰਵਾਨ ਹੈ, ਤੇ ਬਾਕੀ ਹੋਰ ਗੱਲਾਂ ਤੇ ਸਾਰੀਆਂ ਫਜ਼ੂਲ ਨੇ। ਹੁਣ ਸਾਨੂੰ ਕਬੂਲ ਕਰਨਾ ਪਏਗਾ, ਆਪਾਂ ਬੋਲਦੇ ਤੇ ਹਾਂ, ਪਰ ਆਪਾਂ ਇਹ ਸੋਚਦੇ ਨਹੀਂ ਵੀ ਇਹ ਬੋਲ ਜਿਹੜੇ ਨੇ ਉਹ ਸੱਚੇ ਦੇ ਦਰ ਤੇ ਕਬੂਲ ਹੋਣਗੇ ਕਿ ਨਹੀਂ ਹੋਣਗੇ। ਜਿਤ ਬੋਲੀਐ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਬਾਕੀ ਅੱਗੇ ਕੀ, ਫਿੱਕਾ ਬੋਲ ਵਿਗੁਚਣਾ, ਫਿੱਕਾ ਬੋਲ ਵਿਗੁਚਣਾ, ਫਿੱਕਾ ਬੋਲ ਵਿਗੁਚਣਾ, ਫਿੱਕਾ ਬੋਲ ਵਿਗੁਚਣਾ। ਸੁਣ ਮੂਰਖ ਮਨ ਅਜਾਣ, ਸੁਣ ਮੂਰਖ ਮਨ ਅਜਾਣ। ਇਹ ਉਪਦੇਸ਼ ਕਿਹਦੇ ਵਾਸਤੇ ਆ? ਇਹ ਉਪਦੇਸ਼ ਅਸੀਂ ਦੂਜੇ ਨੂੰ ਨਹੀਂ ਦੇਣਾ, ਇਹ ਉਪਦੇਸ਼ ਅਸੀਂ ਆਪਣੇ ਮਨ ਨੂੰ ਦੇਣਾ। ਜਿਹੜਾ ਮਨ ਮੂਰਖ ਹੈ ਤੇ ਜਿਹੜਾ ਮਨ ਅਜਾਣ ਹੈ, ਇਹ ਮੰਨਣਾ ਪਏਗਾ। ਜੇ ਗੱਲ ਸਮਝ ਆ ਜਾਏਗੀ ਵੀ ਮੇਰਾ ਮਨ ਜਿਹੜਾ ਇਹ ਮੂਰਖ ਹੈ, ਪਹਿਲੀ ਗੱਲ ਔਖਾ ਜੇ ਬੜਾ ਮੰਨਣਾ, ਇਹ ਬੜਾ ਔਖਾ ਜੇ, ਬੜਾ ਹੀ ਔਖਾ ਜੇ ਮੰਨਣਾ। ਆਪਣੇ ਆਪ ਨੂੰ ਮੂਰਖ ਕਰਕੇ ਕਹਿਣਾ ਬੜਾ ਆਸਾਨ ਜੇ, ਮੰਨਣਾ ਬੜਾ ਔਖਾ ਜੇ। ਕਹਿਨ ਕਹਾਵਨ ਕੋ ਕਈ ਕੀਤਾ, ਐਸੇ ਮਿਲ ਜਾਣਗੇ ਜਿਹੜੇ ਕਹਿ ਦੇਣਗੇ ਮੈਂ ਮੂਰਖ ਹਾਂ। ਐਸੇ ਜਿਹੜੇ ਅੰਦਰੋਂ ਮੰਨਣਗੇ ਉਹ ਬੜੇ ਵਿਰਲੇ ਜੇ। ਕਹਿਨ ਕਹਾਵਨ ਕੋ ਕਈ ਕੀਤਾ, ਐਸੋ ਜਨ ਬਿਰਲੋ ਹੈ ਸੇਵਕ, ਜੋ ਤਤ ਜੋਗ ਕੋ ਬਿਤਾ। ਜੁੜਨ ਦੀ ਗੱਲ ਜਿਹੜੀ ਹੈ, ਜਿਹੜੇ ਤਤ ਤੱਕ ਪਹੁੰਚੇ ਹੋਏ ਨੇ ਉਹ ਵਿਰਲੇ ਨੇ। ਗੱਲ ਕਰਨੀ ਬੜੀ ਸੋਹਣੀ, ਮੈਂ ਮੂਰਖ ਹਾਂ ਜੀ, ਲੇਕਿਨ ਚਾਰ ਬੰਦੇ ਮੈਨੂੰ ਸਾਰਿਆਂ ਦੇ ਸਾਹਮਣੇ ਖੜੇ ਹੋ ਕੇ ਮੂਰਖ ਕਹਿ ਦੇਣ, ਮੈਨੂੰ ਰਾਤੀ ਨੀਂਦਰ ਨਹੀਂ ਆਏਗੀ ਤੇ ਮੈਨੂੰ ਭੁੱਲੇਗਾ ਨਹੀਂ ਉਹ ਬੰਦਾ, ਉਹ ਚਾਰੋਂ ਨਹੀਂ ਭੁੱਲਣਗੇ। ਮੈਂ ਆਪਣੇ ਆਪ ਨੂੰ ਜੋ ਮਰਜ਼ੀ ਕਹਿ ਦਾਂ, ਮੇਰੀ ਮਰਜ਼ੀ ਆ ਇਹ, ਕਿਉਂਕਿ ਕਹਿਣਾ ਆਸਾਨ ਹੈ, ਬੜਾ ਆਸਾਨ ਹੈ ਕਹਿਣਾ। ਜਿਤ ਬੋਲੀਐ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਪ੍ਰਵਾਨ ਉਹ ਬੋਲਣਾ ਹੈਗਾ ਜਿਸ ਬੋਲਣ ਕਰਕੇ ਰੱਬ ਦੀ ਦਰਗਾਹ ਵਿੱਚ ਇੱਜ਼ਤ ਮਿਲਦੀ ਆ। ਉਹ ਕੀ ਹੈ? ਆਪਾਂ ਰੋਜ਼ ਪੜ੍ਹਦੇ ਆ, ਜਿਹਵਾ ਜਪ ਗੁਰ ਨਾਮ, ਜਿਹਵਾ ਜਪ ਗੁਰ ਨਾਮ। ਜੀਵ ਨੂੰ ਦੱਸਿਆ ਅੰਤਰ ਗੁਰ ਆਰਾਧਣਾ, ਜੇਵਾ ਜਪ ਗੁਰ ਨਾਮ। ਵਾਹਿਗੁਰੂ 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 ਵਾਹਿਗੁਰੂ। ਇਹ ਹੈ ਉਹ ਬੋਲ ਜਿਹਨੂੰ ਬੋਲ ਕੇ ਰੱਬ ਦੀ ਦਰਗਾਹ ਵਿੱਚ ਇੱਜ਼ਤ ਮਿਲਦੀ। ਬਾਕੀ ਜਿਨ੍ਹਾਂ ਬੋਲਾਂ ਵਿੱਚ ਪਰਮਾਤਮਾ ਦੀ ਸਿਫਤ ਹੈਗੀ ਆ, ਜਿਨ੍ਹਾਂ ਬੋਲਾਂ ਵਿੱਚ
ਰੱਬ ਦੇ ਪਿਆਰਿਆਂ ਦੀ ਸਿਫਤ ਹੈਗੀ ਆ, ਜਿਨ੍ਹਾਂ ਬੋਲਾਂ ਵਿੱਚ ਰੱਬ ਦੇ ਨਾਮ ਦੀ ਗੱਲ ਹੈ, ਉਹ ਬੋਲ ਪ੍ਰਵਾਨ ਨੇ। ਬਾਕੀ ਸਾਰੇ ਬੋਲ, ਨਾਮ ਤੋਂ ਅਲੱਗ ਬੋਲ ਜਿਹੜੇ ਨੇ, ਉਹ ਸਾਰੇ ਫਿੱਕੇ ਨੇ। ਫਿੱਕੇ ਮਤਲਬ ਜਿਸ ਵਿੱਚ ਕੋਈ ਰਸ ਨਹੀਂ, ਉਹਨੂੰ ਫਿੱਕਾ ਕਹਿੰਦੇ। ਤੇ ਮੈਨੂੰ ਤੇ ਚੰਗੇ ਹੀ ਉਹੀ ਲੱਗਦੇ ਨੇ, ਰਸ ਵਾਲੇ ਹੀ ਉਹੀ ਲੱਗਦੇ ਨੇ ਜਿਹਦੇ ਵਿੱਚ ਨਾਮ ਨਹੀਂ ਹੈ, ਜਾਂ ਨਾਮ ਵਾਲੇ ਚੰਗੇ ਲੱਗਦੇ ਨੇ। ਹੁਣ ਮੈਂ ਦੇਖ ਲਾਂ, ਮੈਂ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਮੇਰੇ ਬੋਲ ਜ਼ਿਆਦਾ ਕਿਹੜੇ ਨੇ, ਫਿੱਕੇ? ਇਹ ਤੇ ਦੇਖਣਾ ਪਏਗਾ, ਇਹ ਆਪਣਾ ਹੀ ਦੇਖਣਾ ਪਏਗਾ, ਸਾਨੂੰ ਅੰਦਰ ਜਾਣਾ ਪਏਗਾ। ਇਹ ਗੁਰੂ ਸਾਹਿਬ ਲੈ ਜਾਣਗੇ ਸਾਨੂੰ ਅੰਦਰ, ਇਹ ਬਾਹਰ ਨਹੀਂ ਦੇਣਗੇ ਸਾਨੂੰ। ਇਹ ਨਹੀਂ ਕਹਿਣਗੇ ਵੀ ਹਾਏ ਜੇ ਵਾਹ ਕਿਆ ਕਮਾਲ ਹੈ, ਇਹ ਨਹੀਂ। ਇਹ ਸਾਨੂੰ ਅੰਦਰ ਲੈ ਕੇ, ਸਾਨੂੰ ਸਾਡਾ ਆਪਣਾ ਘਰ, ਮੈਂ ਘਰ ਦੇ ਖਾਏ ਦੇ ਸੋ ਸਤਿਗੁਰ ਪੁਰਖ ਸੁਜਾਨ। ਮੇਰੇ ਅੰਦਰ ਦੀ ਸਾਰੀ ਖੇਡ ਮੈਨੂੰ ਇਹ ਨਾ ਦੱਸ ਕੇ ਛੱਡਣੀ ਹੈ ਸਾਰੀ। ਅੰਦਰ ਦੀ ਸਵਾਈ, ਅੰਦਰ ਦਾ ਗਿਆਨ ਹੈ ਕਿ ਬੜਨੀ ਮਨੋ ਹੱਥ ਲੈ, ਕਾਤਰਤਾ ਕੁਤਵਾਰ ਬੁਹਾਰ ਹੈ। ਇਹ ਜਿਹੜਾ ਮੈਂ ਕਾਇਰ ਹੋਇਆ ਬੈਠਾ, ਕਾਇਰ ਕਿਤੇ ਅੱਗੇ, ਮਾਇਆ ਦੇ ਅੱਗੇ, ਕਾਇਰ ਕਿਤੇ ਅੱਗੇ, ਪੰਜ ਮਹਾਬਲੀ ਜਿਹੜੇ ਉਹਨਾਂ ਦੇ ਅੱਗੇ, ਜਿਹਨਾਂ ਦੇ ਅੱਗੇ ਮੇਰੀ ਚਲਦੀ ਨਹੀਂ। ਤੇ ਗੁਰੂ ਸਾਹਿਬ ਨੇ ਮੈਨੂੰ ਬਲੀ ਬਣਾਉਣਾ, ਪੰਜੇ ਬੱਧੇ ਮਹਾਬਲੀ, ਬੱਧੇ ਬੰਨ ਲੈ। ਬੜੀ ਉੱਚੀ ਅਵਸਥਾ ਜੇ, ਕੋਈ ਖੇਡ ਨਹੀਂ ਹੈ, ਕਹਿਣਾ ਬੜਾ ਆਸਾਨ ਹੈ। ਮਹਾਬਲੀ ਕਿਹਾ ਇਹਨਾਂ ਨੂੰ ਗੁਰੂ ਸਾਹਿਬ ਨੇ, ਪੰਜੇ ਬੱਧੇ ਮਹਾਬਲੀ ਕਰ ਸੱਚਾ ਢੋਆ। ਇਹ ਬੜੀ ਵੱਡੀ ਖੇਡ ਆ, ਬੜੀ ਉੱਪਰ ਦੀ ਖੇਡ ਆ। ਚਲੋ ਵਾਪਸ ਆਈਏ। ਫਿੱਕਾ ਬੋਲ ਵਿਗੁੱਚਣਾ, ਵਿਗੁੱਚਣਾ ਕਹਿੰਦੇ ਖੁਆਰ ਹੋਣਾ। ਭਾਈ ਤੂੰ ਕਿਉਂ ਫਿੱਕਾ ਬੋਲਦਾ? ਫਿੱਕਾ ਬੋਲੇਗਾ ਤੇ ਖੁਆਰ ਹੋਏਗਾ। ਕਦੋਂ? ਇੱਕ ਟਾਈਮ ਆਏਗਾ, ਜੇ ਅਜੇ ਉਹ ਟਾਈਮ ਨਹੀਂ ਆਇਆ ਨਾ ਖੁਆਰ ਹੋਣ ਵਾਲਾ, ਆਏਗਾ ਸਭ ਦੇ ਜੀਵਨ ਵਿੱਚ ਇੱਕ ਵਾਰੀ ਆਉਂਦਾ ਜੇ, ਨਹੀਂ ਤੇ ਅੰਤ ਵੇਲੇ ਆਉਂਦਾ ਜੇ। ਕੋਈ ਭਾਗਾਂ ਵਾਲਾ ਹੈ ਜਿਸ ਦੇ ਜੀਵਨ ਦੇ ਜਿਉਂਦਿਆਂ ਵਿੱਚ ਆ ਜਾਂਦਾ ਹੈ ਤੇ ਜੀਵਨ ਟਰਨ ਹੋ ਜਾਂਦਾ ਜੀ, ਤੇ ਬਾਕੀਆਂ ਦੇ ਜੀਵਨ ਵਿੱਚ ਸਾਰ ਲਾਸਟ ਵਿੱਚ, ਅੰਤ ਵਿੱਚ ਆਉਂਦਾ ਜੀ। ਗੁਰੂ ਸਾਹਿਬ ਬੜੀ ਜਗ੍ਹਾ ਕਹਿੰਦੇ ਅੰਤ ਖੁਆਰ ਹੀ ਹੋਣਾ। ਫਿੱਕਾ ਬੋਲ ਵਿਗੁੱਚਣਾ, ਵਿਗੁੱਚਣਾ ਦਾ ਮਤਲਬ ਹੈ ਖੁਆਰ ਹੋਣਾ। ਕਿਹਨੂੰ ਕਹਿ ਰਿਹਾ? ਆਪਣੇ। ਕਹਿੰਦੇ ਤੂੰ ਆਪਣੇ ਮਨ ਨੂੰ ਕਹਿ, ਸੁਣ ਮੂਰਖ ਮਨ ਅਜਾਣ। ਅਜਾਣ ਮਤਲਬ ਤੂੰ ਜਾਣਦਾ ਨਹੀਂ, ਇਹ ਤੂੰ ਸੰਸਾਰ ਵਾਲੇ ਕਿੰਨਾ ਕੁਝ ਜਾਣਦਾ, ਇਹ ਕਿਸੇ ਕੰਮ ਨਹੀਂ ਹੈ, ਇਸ ਰਸਤੇ ਤੇ ਕਿਸੇ ਕੰਮ ਨਹੀਂ ਹੈ। ਇਹ ਸਾਰਾ ਕੁਝ ਜਾ ਤੇਰੀ 2 ਰੋਟੀਆਂ ਤੇ ਇੰਤਜ਼ਾਮ ਹੋ ਜਾਏਗਾ, ਬਸ ਹੋਰ ਕੁਝ ਨਹੀਂ, ਹੋਰ ਕੁਝ ਨਹੀਂ। ਤੇ ਉਹ ਰੋਟੀਆਂ ਜਿਹੜੀਆਂ ਨੇ, ਉਹ ਰੋਟੀਆਂ ਦਾ ਇੰਤਜ਼ਾਮ ਤੇ ਪਹਿਲੇ ਹੀ ਹੋ ਗਿਆ ਸੀ ਜਦੋਂ ਜਨਮ ਲਿੱਤਾ ਸੀ। ਜੀ ਜੰਤ ਸਭ ਪਾਛੈ ਕਰਿਆ, ਜੀ ਜੰਤ ਸਭ ਪਾਛੈ ਕਰਿਆ। ਬਾਅਦ ਵਿੱਚ ਪੈਦਾ ਹੋਏ ਜੀ ਜੰਤ, ਪ੍ਰਥਮੈ ਰਿਜਕ ਸੰਭਾਹਾ, ਉਹਨਾਂ ਦਾ ਰਿਜਕ ਪਹਿਲੇ ਹੋਇਆ। ਮੈਂ ਸੰਸਾਰ ਵਿੱਚ ਆ ਕੇ ਕੀ ਖਾਣਾ ਕੀ ਪੀਣਾ, ਇਹਦਾ ਇੰਤਜ਼ਾਮ ਉਹਨੇ ਪਹਿਲੇ ਕੀਤਾ, ਉਹਨੇ ਭੇਜਿਆ ਬਾਅਦ ਵਿੱਚ। ਪਰ ਮੈਂ ਮੂਰਖ ਜਿਹਾ ਤੇ ਮੈਂ ਅਜਾਣ ਜਿਹਾ ਕਿ ਮੈਂ ਇਹਨਾਂ ਦਾ ਇੰਤਜ਼ਾਮ ਮੈਂ ਖੁਦ ਕਰ ਰਿਹਾ। ਮੈਨੂੰ ਇਹ ਲੱਗਦਾ ਕਿ ਰੋਟੀ ਕਿੱਥੋਂ ਮਿਲੇਗੀ? ਇਹ ਰੋਟੀਆਂ ਤੇ ਲਿਖੀਆਂ ਹੋਈਆਂ ਨੇ, ਮੈਂ ਜਿੰਨਾ ਮਰਜ਼ੀ ਜ਼ੋਰ ਲਾ ਲਾ, ਜਿੰਨੀਆਂ ਲਿਖੀਆਂ ਉਸ ਤੋਂ ਵੱਧੇ ਜ਼ਿਆਦਾ ਤੇ ਖਾ ਹੀ ਨਹੀਂ ਸਕਦਾ ਮੈਂ, ਤੇ ਮਿਲ ਵੀ ਨਹੀਂ ਸਕਦੀ। ਰੋਟੀਆਂ ਤੇ ਲਿਖੀਆਂ ਨੇ, ਲਿਖਿਆ ਬੋਲਣਾ ਲਿਖਿਆ, ਖਾਣਾ ਖਾਓ। ਫਿਰ ਹੋਰ ਕੀ ਕਰ ਰਿਹਾ ਮੈਂ? ਸਗਲ ਉਦਮ ਮੈਂ ਉਦਮ ਭਲਾ, ਸਗਲ ਉਦਮ ਮੈਂ ਉਦਮ ਭਲਾ। ਕਿਹੜਾ? ਹਰ ਕਾ ਨਾਮ ਜਪੋ ਜੀ ਸਦਾ। ਇਹ ਉਦਮ ਕਰੋ। ਰੋਟੀਆਂ ਤੇ ਇੰਨੀਆਂ ਮਿਲਣਗੀਆਂ, ਕੁਝ ਕਹਿਣ ਦੀ ਹੱਦ ਨਹੀਂ। ਜੇ ਨਹੀਂ ਹੋਣਗੀਆਂ ਤੇ ਭੁੱਖ ਅੰਦਰੋਂ ਖਤਮ ਹੋ ਜਾਏਗੀ। ਅੰਦਰੋਂ ਭੁੱਖ ਖਤਮ ਹੋ ਜਾਏਗੀ। ਸਾਚ ਨਾਮ ਆਧਾਰ ਮੇਰਾ ਜਿਨ, ਭੁੱਖ ਹੀ ਖਤਮ ਹੋ ਜਾਏਗੀ।
ਹੋਰ ਹੋਰ ਹੋਰ, ਇਹ ਜਿੰਨੇ ਰਸ ਨੇ ਕਿਸੇ ਦੀ ਭੁੱਖ ਨਹੀਂ ਲੱਗੇਗੀ, ਕਿਸੇ ਦੀ ਭੁੱਖ ਨਹੀਂ ਲੱਗੇਗੀ। ਸਭ ਵਧੀਆ ਲੱਗਣਗੇ ਹੱਥ, ਸਾਰੇ ਬਿਨਾਂ ਖਾਲੀ ਹੱਥ ਵਧੀਆ ਲੱਗਣਗੇ। ਭੁੱਖਾਂ ਸਭ ਗਵਾਈਆਂ ਕਿਦੀਆਂ? ਸਾਚ ਨਾਮ ਆਧਾਰ ਮੇਰਾ। ਜੇ ਨਾਮ ਦਾ ਆਧਾਰ ਹੋ ਗਿਆ ਤੇ ਇਹ ਨਿਸ਼ਾਨੀ ਜੇ ਭੁੱਖਾਂ ਸਹਿਜੇ 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 ਭੁੱਖਾਂ ਮਿਟਦੀਆਂ ਜਾਣਗੀਆਂ। ਮਨ ਹੀ ਨਹੀਂ ਕਰੇਗਾ ਵੀ ਹੁਣ ਇਹ ਕਰਨਾ, ਹੁਣ ਇਹ ਬਣਾਉਣਾ, ਹੁਣ ਇਹ ਕਰਨਾ, ਹੁਣ ਇਹ ਕਰਨਾ, ਇਹ ਵੀ ਹੋਣਾ ਚਾਹੀਦਾ, ਇਹ ਵੀ ਹੋਣਾ ਚਾਹੀਦਾ, ਇਹ ਵੀ ਹੋਣਾ ਚਾਹੀਦਾ, ਇਹ ਵੀ ਕੁਛ ਨਹੀਂ। ਕਿਸੇ ਫਰੀਦਾ ਕੋਠੇ ਮੰਡਪ ਮਾੜੀਆਂ, ਉਸਾਰੇ ਦੇ ਭੀ ਗਏ, ਕੂੜਾ ਸੌਦਾ ਕਰ ਗਏ। ਗੋਰੀ ਆਏ ਵੇ, ਗੋਰੀ ਕਹਿੰਦੇ ਕਬਰ ਵਿੱਚ। ਤੂੰ ਜ਼ਮੀਨ ਦੇ ਉੱਪਰ ਦਾ ਹਿਸਾਬ ਤਾਂ ਬਣਾ ਰਿਹਾ, ਜ਼ਮੀਨ ਦੇ ਥੱਲੇ ਬਣ। ਗੋਰੀ ਆਏ ਪਏ, ਜਾਣਾ ਤੇ ਜ਼ਮੀਨ ਦੇ ਥੱਲੇ ਆ। ਇਹ ਫਰੀਦ ਜੀ ਦਾ ਬਚਨ ਮੁਸਲਮਾਨਾਂ ਨੂੰ ਦੱਬਿਆ ਜਾਂਦਾ। ਉਹ ਕਹਿੰਦੇ ਤੂੰ ਉੱਪਰ ਬਣਾ ਰਿਹਾ, ਤੇਰੇ ਵਾਸਤੇ ਥੱਲੇ ਜਗ੍ਹਾ ਹੈਗੀ। ਕੋਠੇ ਮੰਡਪ ਮਾੜੀਆਂ, ਉਸਾਰਦੇ ਉਸਾਰਨ ਵਾਲੇ ਵੀ ਗਏ, ਕੂੜਾ ਸੌਦਾ ਕਰ ਗਏ। ਫਿਰ ਸੱਚਾ ਸੌਦਾ ਕੀ ਹੈ? ਇਹ ਵੀ ਲਿਖਿਆ ਜੀ, ਸੱਚਾ ਸੌਦਾ ਹਰ ਨਾਮ ਹੈ, ਸੱਚਾ ਵਪਾਰ ਆਰਾਮ। ਇਹ ਵਪਾਰ ਕਰਨਾ ਸੀ, ਬਿਜ਼ਨਸ ਤੇ ਇਹ ਕਰਨਾ ਸੀ, ਇਹ ਬਿਜ਼ਨਸ ਕਰਨਾ ਆਪਾਂ। ਸੱਚਾ ਸੌਦਾ ਹਰ ਨਾਮ ਹੈ, ਸੱਚਾ। ਕਿਹਨੂੰ ਸੁਣਾ ਰਹੇ ਆ? ਅਸੀਂ ਇੱਕ ਦੂਜੇ ਨੂੰ ਨਹੀਂ ਸੁਣਾਉਣਾ, ਅਸੀਂ ਆਪਣੇ ਮਨ ਨੂੰ ਸੁਣਾਉਣਾ। ਸੋਣਾ ਮੂਰਖ ਮਨ ਅਜਾਣਾ, ਜੋ ਤਿਸ ਭਾਵੈ ਸੇ ਭਲੇ। ਉਹਨੂੰ ਜਿਹੜੇ ਚੰਗੇ ਲੱਗਦੇ ਉਹ ਭਲੇ ਨੇ, ਤੇ ਉਹਨੂੰ ਕਿਹੜੇ ਚੰਗੇ ਲੱਗਦੇ ਨੇ? ਜਿਹੜੀ ਉਹਦੀ ਗੱਲ ਮੰਨਦੇ ਨੇ। ਆਪਣਾ ਭਾਣਾ ਜੋ ਚੱਲਾ ਭਾਈ ਵਿਛੜ ਝੋਟਾ ਖਾਏ। ਉਹਨੂੰ ਜਿਹੜੇ ਚੰਗੇ ਲੱਗਦੇ ਨੇ ਉਹ ਕੌਣ ਨੇ? ਤੇ ਸੰਤ ਭਲੇ ਗੁਰਸਿੱਖ ਹੈ, ਉਹ ਰੱਬ ਦੇ ਪਿਆਰੇ ਨੇ। ਜਿਹੜੇ ਆਪਣਾ ਭਲਾ ਕਰਦੇ ਨੇ ਉਹਨੂੰ ਚੰਗੇ ਲੱਗਦੇ ਨੇ। ਤੇ ਆਪਣਾ ਭਲਾ ਨਾਮ ਜਪ ਕੇ ਹੋ ਸਕਦਾ ਜੇ ਬਾਕੀ ਹੋਰ ਕਿਸ ਤਰ੍ਹਾਂ ਨਹੀਂ ਹੋ ਸਕਦਾ। ਜੇ ਮੈਂ ਆਪਣਾ ਭਲਾ ਕਰਨਾ ਚਾਹੁੰਦਾ ਨਾ, ਆਪਣਾ ਭਲਾ, ਤੇ ਆਪਣੇ ਪਰਿਵਾਰ ਦਾ, ਆਪਣੇ ਬੱਚਿਆਂ ਦਾ, ਆਪਣੇ ਵੱਡਿਆਂ ਦਾ, ਆਪਣੇ ਛੋਟਿਆਂ ਦਾ, ਸਭ ਦਾ ਭਲਾ, ਜਿਹਦਾ ਮੈਂ ਭਲਾ ਕਰਨਾ ਚਾਹੁੰਦਾ, ਤੇ ਇਸ ਕਰਕੇ ਗੁਰੂ ਸਾਹਿਬ ਨੇ ਕਿਹਾ ਤੂੰ ਆਪ ਵੀ ਜਪ ਤੇ ਉਹਨਾਂ ਨੂੰ ਵੀ ਜਪਾ। ਆਪ ਜਪੈ ਅਵਰੈ ਨਾਮ ਜਪਾਵੈ। ਭਲਾ ਕਰ, ਇਹਦਾ ਵਪਾਰ ਕਰ। ਹਰ ਕੇ ਨਾਮ ਕੇ ਵਪਾਰੀ। ਹੀਰਾ ਹਾਥ ਚੜਿਆ ਨਿਰਮੋਲਕ, ਛੂਟ ਗਈ ਸੰਸਾਰੀ। ਜੋ ਤਿਸ ਭਾਵੈ ਸੇ ਭਲੇ। ਹੋਰ ਕੀ ਕਹਿਣ ਵਖਾਣ, ਹੋਰ ਕੀ ਕਹੀਏ ਤੇ ਕੀ ਵਿਆਖਿਆ ਕਰੀਏ। ਤਾਂ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਹੋਰ ਕੀ। ਜਿਤ ਬੋਲੀਐ, ਫਿਰ ਪੜ੍ਹ ਲਈਏ 3 ਪੰਕਤੀਆਂ। ਜਿਤ ਬੋਲੀਐ ਪਤ ਪਾਈਐ, ਸੋ ਬੋਲਿਆ ਪ੍ਰਵਾਨ। ਫਿੱਕਾ ਬੋਲ ਵਿਗੁਚਣਾ, ਵਿਗੁਚਣਾ ਮਤਲਬ ਖੁਆਰ ਹੋਣਾ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾ। ਇਹ ਜਿੰਨੀ ਸਿੱਖਿਆ ਨਾ, ਇਹ ਜਿੰਨੀ ਸਿੱਖਿਆ ਆਪਾਂ ਵਿਚਾਰ ਕਰੇ, ਸਿਰਫ ਆਪਣੇ ਮਨ ਨੂੰ ਸੁਣਾਣੀ ਹੈ ਬਸ, ਔਰ ਬਾਰ-ਬਾਰ ਸੁਣਾਣੀ ਹੈ। ਹੋ ਸਕਦਾ ਕਿ ਮਨ ਵਿੱਚੋਂ ਨਿਕਲ ਜਾਏ, ਬਾਰ-ਬਾਰ ਇਸ ਕਰਕੇ ਸੁਣਾਣੀ ਤਾਂ ਕਿ ਕਦੀ ਤੇ ਸ਼ਾਮਲ ਹੋਏ। ਫਿੱਕਾ ਬੋਲ ਵਿਗੁਚਣਾ, ਸੁਣ ਮੂਰਖ ਮਨ ਅਜਾਣ। ਜੋ ਤਿਸ ਭਾਵੈ ਸੇ ਭਲੇ, ਹੋਰ ਕੇ ਕਹਿਣ ਵਖਾਣ। ਹੋਰ ਕੀ ਕਹੀਏ ਤੇ ਕੀ ਵਿਆਖਿਆ ਕਰੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ, 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 ਧੰਨ ਗੁਰੂ ਨਾਨਕ ਦੇਵ ਸਾਹਿਬ ਜੀ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਗਿਆਨ ਪੰਜਨ, ਗੁਰਦੇਵ ਬੰਧਪ ਸਬੁੱਧਰਾ,
ਗੁਰਦੇਵ ਦਾਤਾਰ ਨਾਮ ਉਪਦੇਸੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤਿਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰਗਿਆਨ ਮੱਜਨ ਪਰੰਪਰਾ, ਗੁਰਦੇਵ ਕਰਤਾ ਸਭ ਪਾਪ ਪਰਤਾ, ਗੁਰਦੇਵ ਪਤਿਤ ਪਵਿੱਤ ਕਰਾ, ਗੁਰਦੇਵ ਆ ਜੁਗਾ ਜੁਗ ਜੁਗ, ਗੁਰਦੇਵ ਮੰਤ ਹਰ ਜਪ ਉਦਰਾ, ਗੁਰਦੇਵ ਸੰਗਤ ਪ੍ਰਮੇਲ ਕਰ ਕਿਰਪਾ, ਮੂਲ ਪਾਪੀ ਜਿਤ ਲਗ ਤਰਾ, ਗੁਰਦੇਵ ਸਤਿਗੁਰ ਪਾਰ ਬ੍ਰਹਮ ਪਰਮੇਸ਼ਰ, ਗੁਰਦੇਵ ਨਾਨਕ ਕਰ ਨਮਸਕਾਰਾ। ਸਾਂਝ ਨਾ ਮਿਲ ਹਰ ਜਸ ਗਾਇਓ, ਕੋਟ ਜਨਮ ਕੇ ਦੁਖ ਗਵਾਇਓ, ਜੋ ਚਾਹਤ ਸੋਈ ਮਨ ਪਾਇਓ, ਕਰ ਕਿਰਪਾ ਹਰ ਨਾਮ ਦਿਵਾਇਓ, ਸਰਬ ਸੁਖ ਹਰ ਨਾਮ ਵਡਾਈ, ਗੁਪਤ ਸਾਧ ਨਾਨਕ ਪਤ ਪਾਈ। ਸ਼ਲੋਕ। ਪੌਣ ਗੁਰੂ ਪਾਣੀ ਪਿਤਾ ਮਾਤਾ ਤਤ ਮਾਤ ਸਰਾਧ ਦਾਈ ਦਾਇਆ ਖੇਲੇ, ਸਗਲ ਜਗਤ ਚੰਗਿਆਈਆਂ ਬੁਰੀਆਈਆਂ, ਵਾਚਾ ਧਰਮ ਦੂਰ ਕਰਮੀ, ਆਪੋ ਆਪਣੀ ਕੇ ਨੇੜਾ ਕੇ ਦੂਰ, ਜਿਨੀ ਨਾਮ ਧਿਆਇਆ ਗੇ ਮਸ਼ਕਤ ਕਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਸੱਚ ਦੇ ਅਕਾਲ ਪੁਰਖ ਜੀ ਕਾ ਧਿਆਨ ਧਰ ਕੇ ਬੋਲਣਾ ਜੀ, ਬੋਲਣਾ ਜੀ, ਬੋਲਣਾ ਜੀ। ਸ਼੍ਰੀ ਵਾਹਿਗੁਰੂ, ਸ਼੍ਰੀ ਵਾਹਿਗੁਰੂ, ਸ਼੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀਓ, ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀਓ, ਧੰਨ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਓ। ਸ਼ੁਕਰ ਹੈ ਸੱਚੇ ਪਾਤਸ਼ਾਹ ਜੀ, ਆਪ ਜੀ ਨੇ ਕਿਰਪਾ ਕਰਕੇ ਤਰਸ ਕਰਕੇ ਬੱਚਿਆਂ ਨੂੰ ਯਾਦ ਕੀਤਾ। ਸੱਚੇ ਪਾਤਸ਼ਾਹ ਆਪ ਜੀ ਨੇ ਜਿਨ੍ਹਾਂ ਨੂੰ ਯਾਦ ਕੀਤਾ ਉਹ ਸਾਰੇ ਆਏ। ਸੱਚੇ ਪਾਤਸ਼ਾਹ ਜਿਨ੍ਹਾਂ ਨੂੰ ਆਪ ਜੀ ਨੇ ਬੁਲਾਇਆ ਸੱਚੇ ਪਾਤਸ਼ਾਹ ਉਹ ਆਏ। ਆਪੇ ਸੰਗਤ ਸੱਦ, ਜਿਨ੍ਹਾਂ ਨੂੰ ਸੱਦਿਆ ਆਪ ਜੀ ਨੇ ਤੇ ਜਿਨ੍ਹਾਂ ਨੂੰ ਬਿਠਾਇਆ ਉਹ ਬਹਿ ਵੀ ਗਏ। ਸੱਚੇ ਪਾਤਸ਼ਾਹ ਭੁੱਲਾਂ ਬਖਸ਼ੋ ਸੱਚੇ ਪਾਤਸ਼ਾਹ। ਅਣਜਾਣ ਬੱਚੇ ਕਲਯੁਗੀ ਜੀਵ ਸੱਚੇ ਪਾਤਸ਼ਾਹ, ਨਾ ਸਿਮਰਨ ਕਰਨਾ ਜਾਣਦੇ, ਨਾ ਵਿਚਾਰ ਕਰਨੀ ਜਾਣਦੇ, ਨਾ ਬਾਣੀ ਆਉਂਦੀ। ਸੱਚੇ ਪਾਤਸ਼ਾਹ ਭੁੱਲਾਂ ਬਖਸ਼ੋ, ਸਿੱਧੇ ਰਸਤੇ ਪਾਓ, ਸੋਈ ਕੰਮ ਕਰਾਓ ਜੋ ਆਪ ਜੀ ਨੂੰ ਪਾਉਂਦੇ ਹੋਣ, ਸੋ ਕੰਮ ਨਾ ਕਰਾਓ ਜੋ ਨਾ ਪਾਉਂਦੇ ਹੋਣ। ਸੱਚੇ ਪਾਤਸ਼ਾਹ ਜਿੱਥੇ ਰੱਖੋ ਆਪਣੇ ਚਰਨਾਂ ਵਿੱਚ ਰੱਖੋ, ਆਪ ਦੀ ਆਪਣੀ ਓਟ ਬਖਸ਼ੋ, ਆਪਣਾ ਆਸਰਾ ਬਖਸ਼ੋ। ਸੱਚੇ ਪਾਤਸ਼ਾਹ ਕਿਰਪਾ ਕਰੋ। ਸੱਚੇ ਪਾਤਸ਼ਾਹ ਆਪਣੀ ਚਰਨ ਸ਼ਰਨ ਵਿੱਚ ਸਾਨੂੰ ਰੱਖੋ। ਸੱਚੇ ਪਾਤਸ਼ਾਹ ਜੀ ਸਾਡੀਆਂ ਗਲਤੀਆਂ, ਸਾਡੇ ਔਗੁਣ, ਸਾਡੀਆਂ ਭੁੱਲਾਂ ਨਾ ਚਿਤਾਰੋ। ਸੱਚੇ ਪਾਤਸ਼ਾਹ ਸਾਨੂੰ ਸੰਗਤ ਬਖਸ਼ੋ, ਸਾਨੂੰ ਸਿੱਖੀ ਬਖਸ਼ੋ, ਗੁਰਸਿੱਖੀ ਜੀਵਨ ਬਖਸ਼ੋ, ਗੁਰਸਿੱਖੀ ਰਹਿਣੀ ਬਹਿਣੀ ਬਖਸ਼ੋ, ਗੁਰਸਿੱਖਾਂ ਦੀ ਸੰਗਤ ਬਖਸ਼ੋ। ਇਹ ਦਰਗਾਹੀ ਦਾਤਾ ਸਾਨੂੰ ਬਖਸ਼ੋ, ਵਿਕਾਰਾਂ ਤੋਂ ਬਚਾਓ, ਮਾਇਆ ਦੇ ਪ੍ਰਭਾਵ ਤੋਂ, ਮਾਇਆ ਦੇ ਛਲ ਤੋਂ ਬਚਾ ਕੇ ਆਪ ਜੀ ਕਿਰਪਾ ਕਰਕੇ ਸੱਚੇ ਪਾਤਸ਼ਾਹ ਆਪਣੀ ਸੰਗਤ ਵਿੱਚ ਬਖਸ਼ੀ ਰੱਖੋ। ਸੱਚੇ ਪਾਤਸ਼ਾਹ ਭੁੱਲਾਂ ਬਖਸ਼ਣੀਆਂ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਣ, ਸਭ ਨੂੰ ਬਲ ਬਖਸ਼ੋ, ਸਭ ਨੂੰ ਬਲ ਬਖਸ਼ੋ। ਸੱਚੇ ਪਾਤਸ਼ਾਹ ਜੀ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਬਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।